ਮੁੱਕਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ। ਅਸੀਂ ਵੱਡੇ ਨਹੀਂ ਹੋ ਰਹੇ, ਸਾਡਾ ਕੁਝ ਵੀ ਵੱਧ ਨਹੀਂ ਰਿਹਾ, ਸਾਡੀ ਉਮਰ ਵੱਧ ਨਹੀਂ ਰਹੀ, ਉਮਰ ਘਟਦੀ ਜਾ ਰਹੀ ਹੈ। ਕਹਿੰਦੇ ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸਭ ਨੇ ਇੱਕ ਦਿਨ ਇੱਥੋਂ ਕੂਚ ਕਰ ਜਾਣਾ। ਇੱਥੇ ਸਾਡਾ ਰਹਿਣਾ ਸਦਾ ਲਈ ਨਹੀਂ ਹੈ, ਰਹਿਣ ਥਿਰ ਨਾਹੀ। ਇੱਥੇ ਦੀ ਰਿਹਾਇਸ਼ ਸਾਡੀ ਥੋੜ੍ਹੇ ਸਮੇਂ ਵਾਸਤੇ ਹੀ ਹੈ। ਫਿਰ ਅੱਗੇ ਭਗਤ ਰਵਿਦਾਸ ਜੀ ਹੋਰ ਸਾਨੂੰ ਚੇਤਾ ਕਰਾਉਂਦੇ ਹਨ, ਸਾਨੂੰ ਸਮਝਾ ਰਹੇ ਹੈ। ਕਹਿੰਦੇ ਸੰਗ ਚਲਤ ਹੈ ਹਮ ਵੀ ਚਲਣਾ। ਤੇਰੇ ਕਿਤਨੇ ਸਾਥੀ ਚਲੇ ਗਏ। ਦੇਖੋ ਸਾਡੇ ਸਾਥੀ ਕਿੰਨੇ ਚਲੇ ਗਏ। ਇੱਕ ਚੱਲ ਹੈ, ਇੱਕ ਚਾਲਸ ਹੈ, ਸਭ ਆਪਣੀ ਵਾਰ, ਆਪਣੀ ਆਪਣੀ ਵਾਰੀ ਸਿਰ ਸਾਰੇ ਜਾ ਰਹੇ ਹਨ। ਸੰਗ ਚਲਤ ਹੈ, ਸਾਡੇ ਸਾਥੀ ਬੇਅੰਤ ਚਲੇ ਗਏ। ਅਸੀਂ ਵੀ ਚਲੇ ਜਾਣਾ। ਸੰਗ ਚਲਤ ਹੈ ਹਮ ਵੀ ਚਲਣਾ। ਇੱਕ ਦਿਨ ਅਸੀਂ ਵੀ ਚਲੇ ਜਾਣਾ ਜਿੱਥੇ ਸਾਡੇ ਸਾਥੀ ਚਲੇ ਗਏ। ਦੇਖੋ ਕਿੰਨੇ ਸਾਥੀ ਚਲੇ ਗਏ, ਕਿੰਨੇ ਸਾਡੇ ਭੈਣ ਭਰਾ, ਮਾਂ ਬਾਪ, ਮਿੱਤਰ ਦੋਸਤ ਕਿੰਨੇ ਚਲੇ ਗਏ। ਲਾਓ ਹਿਸਾਬ ਆਪਣੇ ਆਪਣੇ। ਆਪਾਂ ਨੇ ਵੀ ਚਲੇ ਜਾਣਾ। ਕਹਿੰਦੇ ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਵਨ ਸਿਰ ਉੱਪਰ ਮਾਰਨਾ। ਇਸ ਪੰਕਤੀ ਨੂੰ ਸਮਝੋ। ਦੂਰ ਗਵਨ, ਸਾਡਾ ਸਫ਼ਰ ਬਹੁਤ ਲੰਬਾ ਹੈ। ਮੌਤ ਸਿਰ ਪਰ। ਸਾਡਾ ਪੈਂਡਾ, ਸਾਡਾ ਸਫ਼ਰ, ਸਾਡਾ ਰਸਤਾ, ਜਿਸ ਮੰਜ਼ਿਲ 'ਤੇ ਅਸੀਂ ਪਹੁੰਚਣਾ ਉਹ ਬਹੁਤ ਲੰਬਾ ਹੈ। ਆਪਾਂ ਨੂੰ ਕਈ ਵਾਰੀ ਕਿਤੇ ਰਿਸ਼ਤੇਦਾਰੀ 'ਚ ਜਾਂਦੇ ਹਾਂ, ਕਿਸੇ ਮਿੱਤਰ ਦੋਸਤ ਕੋਲ ਜਾਣਾ ਹੁੰਦਾ, ਜਾਂ ਕਈ ਵਾਰੀ ਆਪਣੇ ਘਰ ਪਹੁੰਚਣਾ ਹੁੰਦਾ, ਕਿਤੇ ਗਏ ਵੇ ਹੁੰਦੇ ਆਪਾਂ। ਇਹ ਸੋਚੀਦਾ ਕਿ ਦਿਨ ਛਿਪਦੇ ਤੋਂ ਪਹਿਲਾਂ, ਰਾਤ ਹੋਣ ਤੋਂ ਪਹਿਲਾਂ ਪਹਿਲਾਂ ਘਰ ਪਹੁੰਚ ਜਾਈਏ। ਆਪਾਂ ਇਹ ਸੋਚਦੇ ਹਾਂ। ਕਈ ਵਾਰੀ ਕਿਤੇ ਜਾਣਾ ਹੁੰਦਾ, ਸੋਚੀਦਾ ਨਹੀਂ ਟਾਈਮ ਬਹੁਤ ਹੋ ਗਿਆ, ਸ਼ਾਮ ਤੱਕ ਪਹੁੰਚ ਨਹੀਂ ਹੋਣਾ, ਸਵੇਰੇ ਚੱਲਾਂਗੇ। ਹਮੇਸ਼ਾ ਇਹ ਸੋਚੀਦਾ ਕਿ ਸ਼ਾਮ ਤੱਕ ਘਰ ਪਹੁੰਚ ਜਾਈਏ, ਕਿਤੇ ਹਨੇਰਾ ਨਾ ਹੋ ਜਾਵੇ, ਰਾਤ ਨਾ ਹੋ ਜਾਵੇ, ਕਿਤੇ ਰਸਤਾ ਬਹੁਤ ਦੂਰ ਦਾ ਹੈ। ਆਪਾਂ ਸੋਚਦੇ ਹਾਂ ਇਹ। ਦੇਖੋ ਉਹੀ ਉਦਾਹਰਨ ਦਿੱਤੀ ਹੈ ਭਗਤ ਰਵਿਦਾਸ ਜੀ ਨੇ। ਦੂਰ ਗਵਨ, ਸਾਡੀ ਮੰਜ਼ਿਲ ਬਹੁਤ ਦੂਰ ਹੈ। ਕਿਹੜੀ ਮੰਜ਼ਿਲ ਹੈ? ਸਾਡੀ ਆਤਮਾ ਨੇ ਪਰਮਾਤਮਾ ਵਿੱਚ ਲੀਨ ਹੋਣਾ। ਇਸ ਆਤਮਾ ਦੀ ਮੰਜ਼ਿਲ ਪਰਮਾਤਮਾ ਹੈ। ਸਾਡੇ ਸਰੀਰ ਦੀ ਮੰਜ਼ਿਲ ਕਿਹੜੀ ਹੈ? ਸਾਡੇ ਸਰੀਰ ਦੀ ਮੰਜ਼ਿਲ ਸ਼ਮਸ਼ਾਨ ਘਾਟ ਹੈ। ਸਾਡਾ ਇਹ ਸਰੀਰ ਸਾਡੀ ਮਾਂ ਦੀ ਕੁੱਖ ਤੋਂ ਸ਼ੁਰੂ ਹੋਇਆ ਹੋਇਆ ਹੈ। ਮਾਂ ਦੀ ਕੁੱਖ ਤੋਂ ਪੈਦਾ ਹੋਇਆ ਸਰੀਰ, ਉੱਥੋਂ ਸ਼ੁਰੂ ਹੋਇਆ, ਸ਼ਮਸ਼ਾਨ ਘਾਟ ਵਿੱਚ ਇਹਨੇ ਖਤਮ ਹੋ ਜਾਣਾ। ਪਰ ਇਹਦਾ ਜਿਹੜਾ ਵਿੱਚ ਜੀਵ ਆਤਮਾ, ਉਹ ਕਿੱਥੇ ਜਾਏਗਾ? ਉਹ ਸ਼ਮਸ਼ਾਨ ਘਾਟ ਵਿੱਚ ਖਤਮ ਨਹੀਂ ਹੋਇਆ, ਉਹ ਤਾਂ ਨਿਕਲ ਗਿਆ ਵਿੱਚੋਂ। ਉਹ ਫਿਰ ਕਿਸੇ ਹੋਰ ਸਰੀਰ ਵਿੱਚ ਚਲੇ ਜਾਂਦਾ। ਫਿਰ ਜਿਹੜੇ ਸਰੀਰ ਵਿੱਚ ਗਿਆ ਉਹ ਸਰੀਰ ਵੀ ਫਿਰ ਮਾਂ ਤੋਂ ਸ਼ੁਰੂ ਹੁੰਦਾ। ਪਤਾ ਨਹੀਂ ਕਿਹੜੀ ਮਾਂ ਮਿਲ ਜਾਣੀ ਉਹਨੂੰ। ਫਿਰ ਉਹ ਸਰੀਰ ਨੇ ਵੀ ਮਿੱਟੀ 'ਚ ਮਿਲ ਜਾਣਾ। ਇਸ ਤਰੀਕੇ ਦੇ ਨਾਲ ਪਤਾ ਨਹੀਂ ਕਿਤਨੇ ਕੁ ਸਰੀਰਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਇਹ ਜੀਵ ਆਤਮਾ ਹੁਣ ਇਸ ਸਰੀਰ ਵਿੱਚ ਟਿਕਿਆ ਹੋਇਆ ਹੈ। ਇਹ ਗੱਲਾਂ ਸਮਝਣ ਵਾਲੀਆਂ। ਪਤਾ ਨਹੀਂ ਕਦੋਂ ਦਾ ਚੱਲਿਆ ਹੋਇਆ ਇਹ। ਜਿਵੇਂ ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਆਪਾਂ ਪੜ੍ਹਦੇ ਹਾਂ,
ਕਵਨ ਗੁਣ ਪ੍ਰਾਨਪਤ ਮਿਲੋ ਮੇਰੀ ਮਾਈ, ਰੂਪਹੀਨ ਬੁੱਧ ਬਲਹੀਨੀ, ਮੋਹੇ ਪਰਦੇਸਣ ਦੂਰ ਤੇ ਆਈ। ਜੀਵ ਆਤਮਾ ਮੈਂ ਪਰਦੇਸਣ ਹਾਂ, ਬਹੁਤ ਦੂਰ ਤੋਂ ਤੁਰੀ ਹੋਈ ਹਾਂ। ਕਿੱਥੋਂ ਸ਼ੁਰੂ ਹੋਈ ਹੈ? ਕਿੱਥੋਂ ਤੁਰੀ ਹੋਈ ਹੈ? ਰੱਬ ਕੋਲੋਂ। ਇਹ ਜੀਵ ਆਤਮਾ ਰੱਬ ਕੋਲੋਂ ਚੱਲੀ ਹੋਈ ਹੈ ਅਤੇ ਇਹਦੀ ਯਾਤਰਾ ਵੀ ਰੱਬ ਦੇ ਵਿੱਚ ਹੀ ਸਮਾਪਤ ਹੋਣੀ ਹੈ। ਜਿੰਨਾ ਚਿਰ ਇਹ ਆਤਮਾ ਪਰਮਾਤਮਾ ਵਿੱਚ ਲੀਨ ਨਹੀਂ ਹੋਏਗੀ, ਉਨਾ ਚਿਰ ਇਹ ਸਫ਼ਰ ਚੱਲਦਾ ਰਹੇਗਾ। ਇਤਨੀ ਦੂਰੀ ਹੈ ਰੱਬ ਤੋਂ। ਹੁਣ ਆਪਾਂ ਬਿਲਕੁਲ ਨੇੜੇ ਪਹੁੰਚੇ ਹੋਏ ਰੱਬ ਦੇ। ਹੁਣ ਆਪਾਂ ਬਿਲਕੁਲ ਨੇੜੇ ਹਾਂ ਰੱਬ ਦੇ। ਕਿਵੇਂ ਨੇੜੇ? ਕਿਉਂਕਿ 84 ਲੱਖ ਜੂਨੀਆਂ ਦੇ ਵਿੱਚੋਂ ਭਟਕਦੀ ਇਹ ਆਤਮਾ ਹੁਣ ਇਸ ਸਰੀਰ ਵਿੱਚ ਆ ਗਈ। ਹੁਣ ਇਸ ਸਰੀਰ ਦੇ ਰਾਹੀਂ ਇਹ ਆਤਮਾ ਪਰਮਾਤਮਾ ਵਿੱਚ ਲੀਨ ਹੋ ਸਕਦੀ ਹੈ। ਹੁਣ ਮੌਕਾ, ਹੁਣ ਇਹ ਇਸ ਸਰੀਰ ਦੇ ਰਾਹੀਂ, ਕਿਉਂਕਿ ਹੋਰ ਸਰੀਰਾਂ ਦੇ ਨਾਲ ਤਾਂ ਆਪਾਂ ਸੰਗਤ ਨਹੀਂ ਕਰ ਸਕਦੇ, ਗੁਰੂ ਦੀ ਬਾਣੀ ਨਹੀਂ ਸੁਣ ਸਕਦੇ, ਪੜ੍ਹ ਨਹੀਂ ਸਕਦੇ, ਕੋਈ ਚੰਗਾ ਕੰਮ ਨਹੀਂ ਕਰ ਸਕਦੇ। ਹੋਰ ਕਿਤਨੇ ਸਰੀਰ, ਕੋਈ ਪੰਛੀ ਉਰੇ ਆ ਜਾਏਗਾ, ਕੋਈ ਜਾਨਵਰ ਉਰੇ ਆ ਜਾਏਗਾ ਗੁਰੂ ਦੀ ਸੰਗਤ ਦੇ ਵਿੱਚ। ਆਹ ਮੌਕਾ। ਹੁਣ ਅਸੀਂ ਆਪਣੀ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਕਰ ਸਕਦੇ ਹਾਂ। ਹੁਣ ਭਗਤ ਰਵਿਦਾਸ ਜੀ ਸਮਝਾਉਂਦੇ ਹਨ, ਕਹਿੰਦੇ ਐ ਮਨੁੱਖ ਦੂਰ ਗਵਨ, ਤੇਰੀ ਮੰਜ਼ਿਲ ਬਹੁਤ ਦੂਰ ਹੈ, ਮੌਤ ਬਿਲਕੁਲ ਨੇੜੇ ਹੈ। ਮੌਤ ਬਿਲਕੁਲ ਨੇੜੇ ਹੈ। ਹੁਣ ਇਹ ਨਹੀਂ ਪਤਾ ਕਿਸੇ ਨੂੰ ਕਿ ਸਾਨੂੰ ਜ਼ਿੰਦਗੀ ਦੇ ਕਿੰਨੇ ਦਿਨ ਮਿਲੇ, ਕਿੰਨਾ ਸਮਾਂ ਮਿਲਿਆ, ਪਤਾ ਕਿਸੇ ਨੂੰ? ਕੀ ਪਤਾ ਕਦੋਂ ਮੰਜ਼ਿਲ ਖਤਮ ਹੋ ਜਾਏ, ਕਦੋਂ ਇਹ ਖਤਮ ਹੋ ਜਾਣਾ ਸਫ਼ਰ। ਰਾਤ ਹੋਣ ਵਾਲੀ ਹੈ, ਭਾਵ ਮੌਤ ਆਉਣ ਵਾਲੀ ਹੈ। ਸਾਂਝ ਹੋਣ ਵਾਲੀ ਹੈ, ਭਾਵ ਮੌਤ ਆਉਣ ਵਾਲੀ ਹੈ। ਮੌਤ ਤੋਂ ਪਹਿਲਾਂ ਜੀਵਨ ਖਤਮ ਹੋਣ ਤੋਂ ਪਹਿਲਾਂ ਆਪਣੀ ਆਤਮਾ ਨੂੰ ਪ੍ਰਮਾਤਮਾ ਵਿੱਚ ਲੀਨ ਕਰ ਲਾ। ਆਹ ਮਤਲਬ ਆ ਦੂਰ ਗਵਨ ਸਿਰ ਉੱਪਰ ਮਾਰਨਾ। ਮੌਤ ਸਿਰ ਤੇ ਖੜੀ ਹੈ, ਤੂੰ ਕਿੱਧਰ ਲੱਗਿਆ ਹੋਇਆ? ਦੂਰ ਗਵਨ ਸਿਰ ਉੱਪਰ ਮਰਨਾ। ਮੌਤ ਤੋਂ ਪਹਿਲਾਂ ਅਸੀਂ ਮੌਤ ਨੂੰ ਦੂਰ ਸਮਝਦੇ ਹਾਂ। ਦੂਰ ਕਿਵੇਂ ਸਮਝਦੇ ਹਾਂ? ਜਿਵੇਂ ਬੱਚਾ ਤਾਂ ਸਮਝ ਲੂਗਾ ਚਲੋ ਦੂਰ ਆ। ਬੱਚੇ ਨੂੰ ਤਾਂ ਇੱਦਾਂ ਲੱਗਦੀ ਨਾ ਕਿ ਅਜੇ ਜਵਾਨੀ ਆਉਣੀ, ਜਵਾਨੀ ਤੋਂ ਬਾਅਦ ਫਿਰ ਬੁੱਢਾ ਹੋਊਗਾ। ਜਵਾਨ ਵੀ ਦੂਰ ਸਮਝਦਾ ਕਿ ਮੈਂ ਜੀ ਬੁੱਢਾ ਹੋਣਾ, ਪਰ ਕਮਾਲ ਦੀ ਗੱਲ ਹੈ ਬੁੱਢਾ ਵੀ ਅਜੇ ਦੂਰ ਸਮਝਦਾ। ਬੁੱਢੇ ਵਾਸਤੇ ਤਾਂ ਹੁਣ ਜਵਾਨੀ ਨਹੀਂ ਆਉਣੀ ਹੈ। ਸਤਿਗੁਰੂ ਜੀ ਕਹਿੰਦੇ ਦੇਖੋ ਕਿਤਨਾ ਅਣਜਾਣ ਹੈ ਮਨੁੱਖ, ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤਾ ਪਿਆ। ਕਹਿੰਦੇ ਕਿਆ ਤੂੰ ਸੋਇਆ ਜਾਗ ਇਆਣਾ ਹੈ ਅਣਜਾਣ ਮਨੁੱਖ ਸਮਝ। ਮੌਤ ਤਾਂ ਸਿਰ ਉੱਤੇ ਆਈ ਖੜੀ ਹੈ, ਦਿਨ ਛਿਪਣ ਵਾਲਾ, ਤੂੰ ਅਜੇ ਰਸਤੇ ਵਿੱਚ, ਤੂੰ ਰਸਤੇ ਵਿੱਚ ਰੁਕਿਆ ਹੋਇਆ। ਰੱਬ ਵੱਲ ਨੂੰ ਤੁਰ, ਛੇਤੀ ਆਪਣੀ ਸੁਰਤੀ ਬਿਰਤੀ ਨੂੰ ਰੱਬ ਵੱਲ ਤੋਰ। ਰੱਬ ਦੇ ਵਿੱਚ ਲੀਨ ਕਰ, ਇਸ ਨੂੰ ਆਪਣੇ ਟਿਕਾਣੇ ਲੱਗ, ਆਪਣੇ ਘਰ ਪਹੁੰਚ ਛੇਤੀ। ਅਸੀਂ ਯਾਤਰਾ ਕਰ ਰਹੇ ਹਾਂ, ਰੱਬ ਵੱਲ ਨੂੰ ਤੁਰੀ ਹੋਈ ਹੈ ਇਹ ਆਤਮਾ, ਹੁਣ ਇੱਥੇ ਰੁਕੀ ਹੋਈ ਹੈ। ਇਸ ਕਰਕੇ ਇਸ ਆਤਮਾ ਨੂੰ ਪ੍ਰਮਾਤਮਾ ਵੱਲ ਨੂੰ ਤੋਰਨਾ। ਕਿਵੇਂ ਤੋਰਨਾ? ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੀ ਬਾਣੀ ਰਾਹੀਂ, ਗੁਰੂ ਕੋਲੋਂ ਰਸਤਾ ਸਮਝਣਾ ਰੱਬ ਦਾ। ਆਹ ਗੁਰੂ ਸਾਨੂੰ ਰਸਤਾ ਸਮਝਾ ਰਿਹਾ, ਪਰ ਮਨੁੱਖ ਸੁੱਤਾ ਪਿਆ। ਕਹਿੰਦੇ ਕਿਆ ਤੂੰ ਸੋਇਆ ਜਾਗ। ਜਾਗ ਦਾ ਅਰਥ ਹੈ ਹੋਸ਼ ਕਰ, ਸਮਝ ਕਰ, ਜਾਗ। ਕਿਉਂ ਬੇਪਰਵਾਹ ਹੋਇਆ? ਕਿਆ ਤੂੰ ਸੋਇਆ ਜਾਗ ਇਆਣਾ, ਤੈਂ ਜੀਵਨ ਜਗ ਸੱਚ ਕਰ ਜਾਣਾ। ਤੈਂ ਇਸ ਜਗਤ ਦੇ ਜੀਵਨ ਨੂੰ ਹੀ ਸੱਚ ਕਰਕੇ ਜਾਣ ਲਿਆ।
ਇਹ ਜਿਹੜਾ ਜਗਤ ਦਾ ਜੀਵਨ ਹੈ ਇਹ ਕੋਈ ਸਦਾ ਥੋੜ੍ਹਾ ਰਹਿਣਾ। ਅਸੀਂ ਇਸੇ ਨੂੰ ਜੀਵਨ ਸਮਝੀ ਬੈਠੇ, ਜੀਵਨ ਕੋਈ ਨਹੀਂ ਹੈ। ਆਪਾਂ ਜੀਵਨ ਕਿਹੜਾ ਸਮਝਦੇ ਕਿ ਜਿਹੜਾ ਬੰਦਾ ਤੁਰਦਾ ਫਿਰਦਾ, ਖਾਂਦਾ ਪੀਂਦਾ, ਦੇਖਦਾ ਸੁਣਦਾ, ਨਬਜ਼ ਚੱਲਦੀ ਹੈ, ਦਿਲ ਦੀ ਧੜਕਣ, ਦਿਲ ਧੜਕ ਰਿਹਾ, ਅਸੀਂ ਕਹਿੰਦੇ ਜਿਉਂਦਾ। ਇਹ ਕੋਈ ਜਿਉਂਦਾ ਨਹੀਂ ਹੈ। ਗੁਰੂ ਮਹਾਰਾਜ ਨੇ ਨਹੀਂ ਕਿਹਾ ਉਸ ਨੂੰ ਜਿਉਂਦਾ। ਜਿਉਂਦਾ ਉਹ ਹੈ ਜਿਹੜਾ ਸਰੀਰ ਕਰਕੇ ਗੁਰੂ ਨਾਲ ਜੁੜਿਆ ਹੋਇਆ, ਉਹ ਜਿਉਂਦਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਜਿਸ ਦੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਪੱਕੀ ਹੋ ਗਈ ਨਾ, ਉਹ ਜਿਉਂਦਾ ਸਦਾ ਲਈ ਜੀਵਨ। ਕਿਉਂਕਿ ਆਹ ਜਿਹੜਾ ਜੀਵਨ ਦੇਖਦੇ ਆਪਾਂ ਇਹ ਤਾਂ ਖਤਮ ਹੋ ਜਾਣਾ। ਬਚਪਨ ਆਇਆ, ਜਵਾਨੀ ਆਈ, ਬੁੱਢਾ ਹੋ ਗਿਆ, ਖਤਮ। ਅਸੀਂ ਆਤਮਿਕ ਜੀਵਨ ਪ੍ਰਾਪਤ ਕਰਨਾ। ਉਹ ਜੀਵਨ ਫਿਰ ਸਦਾ ਕਾਇਮ ਰਹਿਣ ਵਾਲਾ, ਉਸਨੇ ਫਿਰ ਮਰਨਾ ਨਹੀਂ। ਉਹਦੀ ਆਤਮਾ ਸਦਾ ਲਈ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਉਹ ਜੀਵਨ ਪ੍ਰਾਪਤ ਕਰਨਾ। ਭਗਤ ਰਵਿਦਾਸ ਜੀ ਕਹਿੰਦੇ ਹਨ, ਤੈਂ ਇਹ ਜਗਤ ਦੇ ਜੀਵਨ ਨੂੰ ਹੀ ਅਸਲ ਜੀਵਨ ਸਮਝ ਲਿਆ ਮੂਰਖ, ਹੋਸ਼ ਕਰ, ਤੈਂ ਜੀਵਨ ਜਗ ਸੱਚ ਕਰ ਜਾਣਾ। ਇਹੀ ਜੀਵਨ ਨੂੰ ਅਸਲ ਜੀਵਨ ਸਮਝੀ ਬੈਠਾ, ਇਹ ਤਾਂ ਖਤਮ ਹੋ ਜਾਣਾ। ਰਹਾਓ, ਇਹ ਰਹਾਓ ਵਾਲੀ ਪੰਕਤੀ ਸੀ। ਹੁਣ ਅਗਲੀ ਪੰਕਤੀ ਦੇ ਵਿੱਚ ਕੀ ਸਮਝਾਉਂਦੇ ਹਨ? ਕਹਿੰਦੇ ਜਿਨ ਜੀਓ ਦੀਆ ਸੋ ਰਿਜਕ ਅੰਬਰ ਆਵੈ। ਹੁਣ ਇਸ ਪੰਕਤੀ ਦੇ ਵਿੱਚ ਭਗਤ ਰਵਿਦਾਸ ਜੀ ਜੋ ਸਮਝਾਉਂਦੇ ਹਨ ਕਿ ਮਨੁੱਖ ਮੌਤ ਨੂੰ ਕਿਉਂ ਨਹੀਂ ਯਾਦ ਕਰਦਾ, ਰੱਬ ਦਾ ਨਾਮ ਕਿਉਂ ਨਹੀਂ ਸਿਮਰਦਾ, ਕਿਉਂ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤਾ ਪਿਆ, ਇਸ ਨੂੰ ਮੌਤ ਦੀ ਕਿਉਂ, ਮਰਨ ਦੀ ਕਿਉਂ ਚਿੰਤਾ ਨਹੀਂ ਹੈ, ਇਹ ਸਮਝਾਉਂਦੇ। ਕਿਉਂਕਿ ਮਨੁੱਖ ਨੂੰ ਨਾ ਚਿੰਤਾ ਰਿਜ਼ਕ ਦੀ ਲੱਗੀ ਹੋਈ ਹੈ, ਰਿਜ਼ਕ ਦੀ। ਹੁਣ ਸਾਰੇ ਆਪਾਂ ਸਾਰਿਆਂ ਨੂੰ ਇੱਕੋ ਚਿੰਤਾ ਸਾਨੂੰ ਰਿਜ਼ਕ ਦੀ ਹੈ, ਮਾਇਆ ਦੀ ਹੈ। ਆਹੀ ਚਿੰਤਾ। ਬੰਦਾ ਜੋ ਕੁਝ ਵੀ ਕਰ ਰਿਹਾ ਇਹ ਸਰੀਰ ਲਈ ਕਰ ਰਿਹਾ ਹੈ। ਸਰੀਰ ਪਾਲਣਾ, ਸਰੀਰਕ ਲੋੜਾਂ ਪੂਰੀਆਂ ਕਰਨੀਆਂ, ਆਹ ਚਿੰਤਾ। ਸਰੀਰ ਦੇ ਭੋਜਨ ਦੀ ਚਿੰਤਾ। ਬੰਦਾ ਸਵੇਰੇ ਤੁਰਦਾ, ਘਰ ਤੋਂ ਨਿਕਲਦਾ, ਸਾਰਿਆਂ ਨੇ ਘਰ ਤੋਂ ਨਿਕਲਣਾ, ਰਿਜ਼ਕ ਲਈ ਨਿਕਲਣਾ। ਕਿਸੇ ਨੇ ਨੌਕਰੀ ਕਰਨੀ, ਕਿਸੇ ਨੇ ਖੇਤੀਬਾੜੀ ਕਰਨੀ, ਕਿਸੇ ਨੇ ਦੁਕਾਨਦਾਰੀ ਕਰਨੀ। ਕਿੰਨੇ ਕੰਮ ਕਰਨਾ ਬੰਦਾ ਕਰਦਾ, ਇਹ ਸਰੀਰ ਲਈ ਉਹ ਕਰਦਾ। ਇੱਕੋ ਇੱਕ ਚਿੰਤਾ ਕਿ ਸਰੀਰਕ ਲੋੜਾਂ ਪੂਰੀਆਂ ਕਰੀਏ, ਰੋਟੀ ਵੀ ਖਾਣੀ ਹੈ, ਕੱਪੜੇ ਦੀ, ਹਾਂ ਸਰੀਰਕ ਲੋੜਾਂ ਵੀ ਪੂਰੀਆਂ ਕਰਨੀਆਂ, ਆਪਾਂ ਰੋਟੀ ਵੀ ਤਾਂ ਖਾਣੀ ਹੈ, ਕੱਪੜਾ ਵੀ ਚਾਹੀਦਾ, ਮਕਾਨ ਵੀ ਚਾਹੀਦਾ, ਬੱਚੇ ਵੀ ਪਾਲਣੇ। ਚਿੰਤਾ ਤਾਂ ਹੋਣੀ ਚਾਹੀਦੀ ਹੈ। ਪਰ ਇਹ ਸਾਰੀ ਚਿੰਤਾ ਜਿਹੜੀ ਹੈ ਇਹ ਸਰੀਰਕ ਚਿੰਤਾ। ਬੰਦੇ ਨੂੰ ਸਰੀਰ ਦੀ ਉਹ ਚਿੰਤਾ ਖਾਈ ਜਾਂਦੀ ਹੈ। ਸਾਰਾ ਧਿਆਨ ਸਰੀਰ ਉੱਤੇ ਦਿੱਤਾ ਹੋਇਆ ਮਨੁੱਖ ਨੇ। ਪਰ ਇਸ ਨੂੰ, ਇਸ ਸਰੀਰ ਦੇ ਅੰਦਰ ਵਸਦਾ ਜੀਵ ਆਤਮਾ ਨਹੀਂ ਦਿਖ ਰਿਹਾ। ਉਹਦੀ ਕੋਈ ਚਿੰਤਾ ਨਹੀਂ ਹੈ, ਉਹਦੀ ਕੋਈ ਚਿੰਤਾ ਨਹੀਂ ਹੈ। ਕਿਉਂਕਿ ਆਹ ਸਰੀਰ ਆ ਜਿਹੜਾ ਸਾਨੂੰ ਰੱਬ ਨੇ ਦਿੱਤਾ ਹੋਇਆ, ਇਹ ਪ੍ਰਭੂ ਨੇ ਸਾਨੂੰ ਸਰੀਰ ਦਿੱਤਾ। ਇਹ ਸਰੀਰ ਦਾ ਇੰਤਜ਼ਾਮ ਵੀ ਰੱਬ ਨੇ ਆਪ ਕਰਿਆ ਹੋਇਆ ਸਾਡਾ। ਸਾਡੀ ਇਹ ਚਿੰਤਾ ਬੇਕਾਰ ਹੈ। ਕਾਹੇ ਮਨ ਤੂੰ ਡੋਲਦਾ, ਹਰ ਮਨ ਸਾ ਪੂਰਨ। ਫਿਰ ਆਪਾਂ ਇਹ ਵੀ ਪੜ੍ਹਦੇ, ਕਾਹੇ ਰੇ ਮਨ ਚਿੱਤ ਵੈ ਉਦਮ, ਜਾਂ ਆਹਰ ਹਰ ਜੂ ਪਰਿਆ, ਸੈਲ ਪੱਥਰ ਮੈਂ ਜੰਤੋ ਪਾਈ, ਤਾਕਾ ਰਿਜਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸਤ ਸੰਗਤ ਵਿੱਚ ਮਿਲਣ ਵਾਸਤੇ ਸਤਿਗੁਰੂ ਜੀ ਦਾ ਉਪਦੇਸ਼ ਹੈ। ਕਹਿੰਦੇ ਜਿਵੇਂ ਤੂੰ ਸਰੀਰ ਦੀ ਚਿੰਤਾ ਕਰਦਾ ਹੋਇਆ ਨੌਕਰੀ ਕਰਦਾ, ਖੇਤੀਬਾੜੀ ਕਰਦਾ, ਦੁਕਾਨਦਾਰੀ ਕਰਦਾ, ਇਹ ਧੰਦਾ ਕਰਕੇ, ਕਿੱਤੇ ਕਰਕੇ ਆਪਣੀਆਂ ਸਰੀਰਕ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ,
ਆਪਣੀ ਆਤਮਾ ਦੀ ਚਿੰਤਾ ਦੂਰ ਕਰਨ ਵਾਸਤੇ ਵੀ ਯਤਨ ਕਰ। ਉਹ ਚਿੰਤਾ ਕਿੱਥੋਂ ਦੂਰ ਹੋਏਗੀ? ਸਤ ਸੰਗਤ ਵਿੱਚ ਆ ਕੇ, ਕਿਉਂਕਿ ਆਤਮਾ ਦੀਆਂ ਲੋੜਾਂ ਪੂਰੀਆਂ ਕਰਨ ਵਾਲੀ ਗੁਰੂ ਦੀ ਸੰਗਤ ਹੈ। ਗੁਰੂ ਦੀ ਸੰਗਤ ਬੰਦਾ ਕਰਦਾ ਨਹੀਂ ਹੈ। ਸਰੀਰਕ ਚਿੰਤਾਵਾਂ ਦੂਰ ਕਰਨ ਵਾਸਤੇ, ਸਰੀਰਕ ਲੋੜਾਂ ਪੂਰੀਆਂ ਕਰਨ ਵਾਸਤੇ ਸਾਨੂੰ ਨੌਕਰੀ ਕਰਨ ਦੀ ਲੋੜ ਹੈ, ਖੇਤੀਬਾੜੀ ਕਰਨ ਦੀ ਲੋੜ ਹੈ, ਦੁਕਾਨਦਾਰੀ ਕਰਦੇ ਆਪਾਂ, ਕੋਈ ਕਿੱਤਾ ਕਰਦਾ, ਕੋਈ ਕਿੱਤਾ ਕਰਦਾ। ਇਹ ਸਰੀਰ ਲਈ ਕਰਦੇ ਆਪਾਂ। ਆਤਮਾ ਲਈ ਬੰਦਾ ਕੁਝ ਵੀ ਨਹੀਂ ਕਰਦਾ ਹੈ। ਅਖੀਰ ਨੂੰ ਸਰੀਰ ਵੀ ਖਤਮ ਹੋ ਜਾਂਦਾ, ਧੰਦੇ ਵੀ ਇੱਥੇ ਛੁੱਟ ਜਾਂਦੇ, ਆਤਮਾ ਫਿਰ ਮੁੜ ਕੇ ਹੋਰ ਸਰੀਰਾਂ ਵਿੱਚ ਚਲੇ ਜਾਂਦੀ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹਨ, ਜਿੱਥੇ ਤੂੰ ਖੇਤੀਬਾੜੀ ਕਰਦਾ, ਦੁਕਾਨਦਾਰੀ ਕਰਦਾ, ਕਿੱਤਾ ਕਰਨਾ, ਇਹ ਨਹੀਂ ਕਿਹਾ ਮਹਾਰਾਜ ਨੇ ਵੀ ਕਿੱਤਾ ਨਹੀਂ ਕਰਨਾ ਹੈ। ਕਿੱਤਾ ਵੀ ਕਰਨਾ, ਜਿਹੜਾ ਮਰਜ਼ੀ ਕੋਈ ਕਿੱਤਾ ਕਰਦਾ, ਪਰ ਆਪਣੀ ਆਤਮਾ ਲਈ ਵੀ ਕੁਝ ਕਰ। ਆਪਣੀ ਆਤਮਾ ਲਈ ਕੀ ਕਰਨਾ? ਸਾਡੀ ਆਤਮਾ ਦੀਆਂ ਲੋੜਾਂ ਪੂਰੀਆਂ ਕਿੱਥੋਂ ਹੋਣੀਆਂ? ਸਾਧ ਸੰਗਤ ਕਰਨੀ। ਸਤ ਸੰਗਤ ਕਰਨ ਦਾ ਕਿਹੜਾ ਸਮਾਂ? ਦੇਖੋ, ਕਿੱਤਾ ਕਰਨ ਦਾ ਤਾਂ ਸਾਰਾ ਦਿਨ ਪਿਆ, ਬੰਦੇ ਓਵਰ ਟਾਈਮ ਵੀ ਲਾਉਣੇ, ਰਾਤਾਂ ਵੀ ਜਾਗਦੇ, ਸਰੀਰਕ ਲੋੜਾਂ ਪੂਰੀਆਂ ਕਰਨ ਵਾਸਤੇ, ਮਾਇਆ ਕਮਾਉਣ ਵਾਸਤੇ ਬੰਦੇ ਰਾਤਾਂ ਵੀ ਲਾਉਣੇ, ਓਵਰ ਟਾਈਮ ਵੀ ਲਾਉਣੇ। ਪਰ ਆਤਮਾ ਲਈ ਤਾਂ ਆਹੀ ਸਮਾਂ, ਅੱਧਾ ਘੰਟਾ। ਬੰਦਾ ਇਹ ਅੱਧਾ ਘੰਟਾ ਵੀ ਨਹੀਂ ਕੱਢਦਾ ਆਤਮਾ ਲਈ। ਸਤ ਸੰਗਤ ਵਿੱਚ ਆਉਣਾ, ਸਾਧ ਸੰਗਤ ਵਿੱਚੋਂ ਸਾਡੀਆਂ ਲੋੜਾਂ ਆਤਮਾ ਦੀਆਂ ਪੂਰੀਆਂ ਹੋਣੀਆਂ। ਹੋਰ ਧੰਦਾ ਕਰਨ ਦੇ ਨਾਲ ਸਾਡੀਆਂ ਲੋੜਾਂ ਪੂਰੀਆਂ ਹੋਣੀਆਂ ਸਰੀਰ ਦੀਆਂ। ਸਰੀਰ ਨੇ ਖਤਮ ਹੋ ਜਾਣੀਆਂ, ਲੋੜਾਂ ਵੀ ਖਤਮ ਹੋ ਜਾਣੀਆਂ, ਆਤਮਾ ਮੁੜ ਕੇ ਫਿਰ ਹੋਰ ਸਰੀਰ ਵਿੱਚ ਚਲੇ ਜਾਂਦੀ ਹੈ। ਗੁਰੂ ਸਾਹਿਬ ਜੋ ਸਮਝਾਉਂਦੇ ਹੈ, ਕਹਿੰਦੇ ਜਾਗ ਹੋਸ਼ ਕਰ ਹੇ ਅਣਜਾਣ ਮਨੁੱਖ, ਤੈਂ ਇਸ ਜਗਤ ਦੇ ਜੀਵਨ ਨੂੰ ਹੀ ਸਹੀ ਸਮਝਿਆ ਹੋਇਆ, ਸੱਚ ਸਮਝਿਆ ਹੋਇਆ, ਅਤੇ ਇਹ ਸਰੀਰਕ ਲੋੜਾਂ ਪੂਰੀਆਂ ਕਰਨ ਦੇ ਲਈ ਸਰੀਰ ਦੇ ਭੋਜਨ ਦਾ ਹੀ ਤੈਨੂੰ ਫਿਕਰ ਲੱਗਿਆ ਹੋਇਆ। ਕਹਿੰਦੇ ਦੇਖ, ਜਿਨ ਜੀਓ ਦੀਆ ਸੋ ਰਿਜ਼ਕ ਅੰਬਰ ਆਵੈ। ਜਿਸ ਪ੍ਰਭੂ ਨੇ ਇਹ ਸਰੀਰ ਦਿੱਤਾ ਹੈ, ਜਿੰਦ ਦਿੱਤੀ ਹੈ, ਉਸਨੇ ਤੇਰਾ ਇੰਤਜ਼ਾਮ ਕਰ ਦਿੱਤਾ। ਜੋ ਵੀ ਅਸੀਂ ਕਿੱਤਾ ਕਰਦੇ ਹਾਂ, ਇਹ ਕਿੱਤਾ ਅਸੀਂ ਆਪ ਨਹੀਂ ਕਰ ਰਹੇ, ਕਿੱਤੇ ਪਰ ਵੀ ਸਾਨੂੰ ਰੱਬ ਨੇ ਆਪ ਲਾਇਆ ਹੋਇਆ। ਕਿਸੇ ਨੂੰ ਦੁਕਾਨ ਪਰ ਬਿਠਾ ਦਿੱਤਾ, ਕਿਸੇ ਨੂੰ ਖੇਤੀਬਾੜੀ 'ਤੇ ਲਾ ਦਿੱਤਾ, ਕਿਸੇ ਨੂੰ ਨੌਕਰੀ ਕਰਾ ਰਿਹਾ, ਕਿਸੇ ਨੂੰ ਕਿਤੇ ਬਿਠਾ ਦਿੱਤਾ, ਕਿਸੇ ਨੂੰ ਕਿਤੇ ਬਿਠਾ ਦਿੱਤਾ। ਇਹ ਸਭ ਰੱਬ ਨੇ ਬਿਠਾਲੇ ਹੋਏ। ਸਤਿਗੁਰੂ ਜੀ ਕੀ ਸਮਝਾਉਂਦੇ ਆ ਕਿ ਕਿੱਤਾ ਕਰਦਾ ਹੋਇਆ, ਖੇਤੀਬਾੜੀ ਕਰਦਾ ਹੋਇਆ, ਦੁਕਾਨਦਾਰੀ ਕਰਦਾ ਹੋਇਆ, ਨੌਕਰੀ ਕਰਦਾ ਹੋਇਆ, ਕੁਝ ਵੀ ਕਰਦਾ ਹੋਇਆ, ਉਸ ਪ੍ਰਭੂ ਨੂੰ ਸਿਮਰ, ਉਸੇ ਨੇ ਤੈਨੂੰ ਕੰਮਾਂ 'ਤੇ ਲਾਇਆ ਹੋਇਆ। ਸਭ ਘਟ ਭੀਤਰ ਹਾਟ ਚਲਾਵੇ। ਸਾਰਿਆਂ ਦੇ ਅੰਦਰ ਬੈਠਾ ਉਹ ਹੱਟ ਚਲਾ ਰਿਹਾ, ਪ੍ਰਬੰਧ ਕਰ ਰਿਹਾ ਰਿਜ਼ਕ ਦਾ। ਇਹ ਰਿਜ਼ਕ ਦਾ ਪ੍ਰਬੰਧ ਤੂੰ ਆਪ ਨਹੀਂ ਕਰ ਰਿਹਾ, ਉਹਨੇ ਆਪ ਕੀਤਾ ਹੋਇਆ। ਮੈਂ ਹੁਣ ਕਥਾ ਕਰਦਾ, ਜੇ ਮੈਂ ਕਹਾਂ ਮੈਂ ਕਥਾ ਕਰਕੇ ਰੋਟੀ ਖਾਂਦਾ, ਮੈਂ ਕੋਈ ਨਹੀਂ ਕਥਾ ਕਰਕੇ ਰੋਟੀ ਖਾਂਦਾ, ਉਹ ਮੇਰੇ ਕੋਲੋਂ ਕਰਾ ਰਿਹਾ। ਜੇ ਤੁਸੀਂ ਨੌਕਰੀ ਕਰਦੇ ਮਤ ਜਾਣਿਓ ਨੌਕਰੀ ਮੈਂ ਕਰਦਾ, ਨੌਕਰੀ 'ਤੇ ਤੁਹਾਨੂੰ ਲਾਇਆ ਹੋਇਆ ਰੱਬ ਨੇ, ਇਹ ਸਮਝਣਾ। ਕੋਈ ਖੇਤੀਬਾੜੀ ਕਰਦਾ, ਖੇਤੀਬਾੜੀ ਕੋਈ ਨਹੀਂ ਕਰਦਾ, ਉਹ ਕਰਾ ਰਿਹਾ। ਕੋਈ ਨੌਕਰੀ ਕਰਦਾ, ਕੋਈ ਦੁਕਾਨ 'ਤੇ ਬੈਠਾ। ਅਸੀਂ ਕੀ ਕਰਨਾ? ਅਸੀਂ ਕੇਵਲ ਜਦੋਂ ਅਸੀਂ ਗੁਰੂ ਦੀ ਸੰਗਤ ਕਰਾਂਗੇ ਤਾਂ ਸਾਨੂੰ ਇਹ ਗੱਲ ਸਮਝ ਆਏਗੀ ਕਿ ਮੈਂ ਦੁਕਾਨ 'ਤੇ ਜਿਹੜਾ ਬੈਠਾ, ਮੇਰੇ ਪ੍ਰਭੂ ਨੇ ਮੈਨੂੰ ਬਿਠਾ ਲਿਆ ਹੋਇਆ। ਉਹ ਦੁਕਾਨ 'ਤੇ ਬੈਠਾ ਵੀ ਰੱਬ ਨੂੰ ਸਿਮਰੇਗਾ। ਜਦੋਂ ਕੋਈ ਗੁਰੂ ਦੀ ਸੰਗਤ ਕਰੇਗਾ, ਉਸ ਨੂੰ ਸਮਝ ਆਏਗੀ ਕਿ ਮੈਂ ਜਿਹੜਾ ਨੌਕਰੀ ਕਰ ਰਿਹਾ, ਨੌਕਰੀ 'ਤੇ ਮੈਨੂੰ ਮੇਰੇ ਪ੍ਰਭੂ ਨੇ ਲਾਇਆ ਹੈ। ਉਹ ਨੌਕਰੀ ਕਰਦਾ ਹੋਇਆ ਵੀ ਰੱਬ ਨੂੰ ਯਾਦ ਕਰੇਗਾ। ਜਿਹੜਾ ਗੁਰੂ ਦੀ ਸੰਗਤ ਕਰਦਾ, ਉਹ ਖੇਤੀਬਾੜੀ ਕਰਦਾ ਹੋਇਆ ਵੀ, ਕੋਈ ਵੀ ਕਿੱਤਾ ਕਰਦਾ ਹੋਇਆ ਵੀ, ਫੋਰਨ ਕੰਟਰੀਆਂ ਵਿੱਚ ਰਹਿੰਦਾ ਹੋਇਆ ਵੀ ਰੱਬ ਨੂੰ ਸਿਮਰੇਗਾ। ਪ੍ਰਭੂ ਨੇ ਮੈਨੂੰ ਇੱਥੇ ਭੇਜਿਆ, ਮੈਨੂੰ ਪ੍ਰਭੂ ਨੇ ਭੇਜਿਆ। ਉਹਦੇ ਅੰਦਰ ਹੰਕਾਰ ਨਹੀਂ ਆਏਗਾ। ਉਹ ਫਿਰ ਰੱਬ ਦੀ ਯਾਦ ਵਿੱਚ ਜੁੜਿਆ ਰਹੇਗਾ। ਅਖੀਰ ਨੂੰ ਜਦੋਂ ਸਰੀਰ ਤਾਂ ਛੱਡਣਾ ਹੀ ਛੱਡਣਾ, ਸਰੀਰ ਖਤਮ ਹੋ ਜਾਏਗਾ, ਆਤਮਾ ਪਰਮਾਤਮਾ ਤੱਕ ਪਹੁੰਚ ਜਾਏਗੀ, ਆਪਣੀ ਮੰਜ਼ਿਲ 'ਤੇ ਪਹੁੰਚ ਜਾਏਗੀ।
ਉਹ ਸਮਝਾਉਂਦੇ ਕਹਿੰਦੇ ਜਿਨ ਜੀਓ ਦੀਆ ਸੋ ਰਿਜਕ ਅੰਬਰ ਆਵੇ। ਜਿਸ ਪ੍ਰਭੂ ਨੇ ਤੈਨੂੰ ਪੈਦਾ ਕੀਤਾ ਰਿਜਕ ਦਾ ਪ੍ਰਬੰਧ ਉਸੇ ਨੇ ਤੇਰੇ ਵਾਸਤੇ ਕੀਤਾ ਹੋਇਆ, ਉਹਨੂੰ ਯਾਦ ਰੱਖ। ਇਹ ਸਮਝਾਉਂਦੇ ਜਿਨ ਜੀਓ ਦੀਆ ਸੋ ਰਿਜਕ ਅੰਬਰ ਆਵੇ, ਸਭ ਘਟ ਭੀਤਰ ਹਾੜ ਚਲਾਵੇ। ਸਾਰਿਆਂ ਦੇ ਘਟਾਂ ਦੇ ਵਿੱਚ ਸਰੀਰਾਂ ਦੇ ਵਿੱਚ ਬੈਠਾ ਪ੍ਰਬੰਧ ਕੀਤਾ ਹੋਇਆ ਕਰ ਰਿਹਾ, ਉਹ ਕਿਸੇ ਨੂੰ ਭੁੱਖਾ ਨਹੀਂ ਮਾਰ ਰਿਹਾ। ਅਗਲੀ ਪੰਗਤੀ, ਕਰ ਬੰਦਗੀ ਛਾੜ ਮੈਂ ਮੇਰਾ। ਭਗਤ ਰਵਿਦਾਸ ਜੀ ਕਹਿੰਦੇ ਤੇਰਾ ਫਰਜ਼ ਇੱਕੋ ਹੈ, ਉਹਦੀ ਬੰਦਗੀ ਕਰ, ਉਹਨੂੰ ਚੇਤੇ ਰੱਖ। ਉਹਨੂੰ ਚੇਤੇ ਉਹੀ ਰੱਖੇਗਾ ਜਿਹੜਾ ਗੁਰੂ ਨਾਲ ਜੁੜਿਆ ਹੋਇਆ, ਕਿਉਂਕਿ ਉਹਦੀ ਯਾਦ ਗੁਰੂ ਨੇ ਸਾਡੇ ਹਿਰਦੇ ਵਿੱਚ ਪੱਕੀ ਕਰਨੀ ਹੈ। ਕਰ ਬੰਦਗੀ ਛਾੜ ਮੈਂ ਛੱਡ ਦੇ ਕਿ ਮੈਂ ਕੁਝ ਕਰਨ ਵਾਲਾ, ਮੈਂ ਕੁਝ ਕਰ ਰਿਹਾ, ਮੈਂ ਕੁਝ ਕਰਾਂਗਾ, ਮੈਂ ਕੁਝ ਕੀਤਾ, ਇਹ ਮੈਂ ਛੱਡ ਦੇ। ਤੈਂ ਨਾ ਤੂੰ ਕੁਝ ਕਰਨ ਜੋਗਾ, ਨਾ ਤੈਂ ਕੁਝ ਕੀਤਾ, ਨਾ ਕੁਝ ਕਰ ਰਿਹਾ, ਨਾ ਕੁਝ ਕਰ ਸਕੇਗਾ ਤੂੰ। ਇਹ ਮੈਂ ਛੱਡ ਦੇ। ਤੈਂ ਜੋ ਕੁਝ ਵੀ ਕੀਤਾ ਤੇਰੇ ਕੋਲੋਂ ਪ੍ਰਭੂ ਨੇ ਕਰਾਇਆ, ਜੋ ਕੁਝ ਕਰ ਰਿਹਾ ਉਹ ਪ੍ਰਭੂ ਕਰਾ ਰਿਹਾ, ਜੋ ਕੁਝ ਤੈਂ ਕਰਨਾ ਉਸੇ ਨੇ ਕਰਾਉਣਾ, ਉਹਨੂੰ ਚੇਤੇ ਕਰ। ਇਹ ਮੈਂ ਛੱਡ ਦੇ। ਛਾੜ ਮੈਂ ਮੇਰਾ ਛੱਡ ਦੇ। ਤੇਰਾ ਕੁਝ ਵੀ ਨਹੀਂ ਹੈ ਇੱਥੇ, ਇਹ ਸਮਝਾ। ਇੱਥੇ ਕੁਝ ਵੀ ਨਹੀਂ। ਆ ਜੋ ਕੁਝ ਵੀ ਤੇਰੇ ਕੋਲ ਹੈ ਤੈਨੂੰ ਵਰਤਣ ਵਾਸਤੇ ਦਿੱਤਾ ਰੱਬ ਨੇ। ਆ ਧਰਤੀ ਕਿ ਸਾਡੀ ਹੈ। ਬੰਦਾ ਕਹਿੰਦਾ ਨਾ ਮੇਰੀ ਇੰਨੀ ਜ਼ਮੀਨ ਆ, ਸਾਡੀ ਕੀ ਹੈ, ਛੱਡ ਦੇਣੀ ਇੱਥੇ। ਮੇਰਾ ਘਰ ਹੈ, ਕੋਠੀ ਹੈ, ਇੱਥੇ ਛੱਡ ਦੇਣਾ। ਮੇਰਾ ਪਰਿਵਾਰ ਆ, ਸਭ ਇੱਥੇ ਛੱਡ ਦੇਣਾ ਸੀ। ਮੇਰਾ ਸਰੀਰ ਆ, ਇਹ ਵੀ ਇੱਥੇ ਛੱਡ ਦੇਣਾ। ਕਿਹੜੀ ਚੀਜ਼ ਨਾਲ ਲੈ ਕੇ ਜਾਣੀ। ਭਗਤ ਰਵਿਦਾਸ ਜੀ ਦੇਖੋ ਇਹ ਸਮਝਾਉਂਦੇ। ਕਿੰਨੀ ਵਾਰੀ ਪੜ੍ਹਿਆ ਹੋਵੇਗਾ ਸ਼ਬਦ, ਤੁਸੀਂ ਸੁਣਿਆ ਹੋਵੇਗਾ। ਇਹਦੇ ਵਿੱਚ ਵਿਚਾਰ ਕਿਤਨੀ ਵੱਡੀ। ਕਹਿੰਦੇ ਕਰ ਬੰਦਗੀ ਕੀਤੀ ਹੋਈ ਹੀ ਤੇਰੀ ਹੈ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਨਾਮ ਜਪਿਆ ਹੋਇਆ, ਹਰ ਜਸ ਗਾਇਆ ਹੋਇਆ, ਤੇਰੇ ਕੰਮ ਆਏਗਾ। ਇਹਨੇ ਸਾਥ ਦੇਣਾ, ਹੋਰ ਕਿਸੇ ਚੀਜ਼ ਨੇ ਸਾਥ ਨਹੀਂ ਦੇਣਾ। ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੇ ਨਾਮ ਸਮਾਰ ਸਵੇਰਾ। ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਸੰਭਾਲ, ਉਸ ਨੂੰ ਚੇਤੇ ਕਰ। ਸਵੇਰੇ ਦਾ ਅਰਥ ਹੁੰਦਾ ਹੈ ਸਾਜਰੇ, ਸਵਖਤੇ, ਛੇਤੀ ਤੋਂ ਛੇਤੀ। ਭਾਵ ਜ਼ਿੰਦਗੀ ਦਾ ਕੀ ਪਤਾ, ਕਿਤੇ ਜਿਹੜਾ ਸਾਹ ਸੀ ਅੰਦਰ ਖਿੱਚੇ ਕਿਤੇ ਇਹੀ ਨਾ ਆਖਰੀ ਹੋਵੇ। ਦੇਰ ਨਾ ਕਰ, ਇਹ ਨਾ ਕਰ ਵੀ ਕੱਲ੍ਹ ਨੂੰ ਕਰ ਲਵਾਂਗੇ। ਹਿਰਦੇ ਨਾਮ ਸਮਾਰ ਸਵੇਰਾ, ਜਨਮ ਸਰਾਨੋ ਪੰਥ ਨਾ ਸਵਾਰਾ। ਦੇਖ ਤੇਰਾ ਜਨਮ ਬੀਤਦਾ ਜਾ ਰਿਹਾ ਹੈ, ਤੇਰੀ ਉਮਰ ਬੀਤਦੀ ਜਾ ਰਹੀ ਹੈ, ਉਮਰ ਮੁੱਕਦੀ ਜਾ ਰਹੀ ਹੈ। ਪੰਥ ਦਾ ਅਰਥ ਹੁੰਦਾ ਰਸਤਾ, ਤੇ ਅਗਲਾ ਰਸਤਾ ਸਵਾਰਿਆ ਹੀ ਨਹੀਂ ਹੈ। ਆਹ ਸਾਡਾ ਰਸਤਾ ਸਿਮਰ ਰਿਹਾ। ਗੁਰੂ ਦੀ ਸੰਗਤ ਵਿੱਚ ਜੋ ਬੰਦਾ ਮਿਲ ਕੇ ਗੁਰੂ ਦੀ ਬਾਣੀ ਨੂੰ ਸਮਝਦਾ ਨਾ, ਉਹ ਆਪਣਾ ਅਗਲਾ ਰਸਤਾ ਸਵਾਰ ਰਿਹਾ ਹੈ। ਅਸੀਂ ਤਾਂ ਇੱਥੇ ਦੇ ਰਸਤੇ ਵੀ ਵਿਗਾੜੇ ਹੋਏ ਆ। ਜਿਹੜਾ ਬੰਦਾ ਗੁਰੂ ਨਾਲੋਂ ਟੁੱਟਿਆ ਹੋਇਆ, ਉਹ ਤਾਂ ਇੱਥੇ ਦਾ ਵੀ ਰਸਤਾ ਵਿਗਾੜ ਲੈਂਦਾ। ਨਾ ਤਾਂ ਉਹ ਜਗਤ ਵਿੱਚ ਸਹੀ ਜੀਵਨ ਜੀ ਕੇ ਜਾਂਦਾ, ਅਗਲਾ ਵੀ। ਲੋਕ ਗਿਓ ਪਰਲੋਕ ਗਵਾਇਓ। ਇੱਥੇ ਦਾ ਰਸਤਾ ਵੀ ਵਿਗਾੜ ਲਿਆ, ਅਗਲਾ ਵੀ। ਜਦੋਂ ਮਨੁੱਖ ਗੁਰੂ ਦੀ ਸੰਗਤ ਕਰਦਾ, ਉਹ ਇੱਥੇ ਵੀ ਆਪਣਾ ਪਵਿੱਤਰ ਜੀਵਨ ਜੀ ਕੇ ਜਾਂਦਾ। ਕਿਸੇ ਨਾਲ ਵੈਰ ਨਹੀਂ ਪਾਉਂਦਾ, ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਕਿਸੇ ਦਾ ਬੁਰਾ ਨਹੀਂ ਸੋਚਦਾ, ਕਿਸੇ ਨੂੰ ਦੁਖੀ ਨਹੀਂ ਕਰਦਾ। ਉਹ ਇੱਥੇ ਵੀ ਵਧੀਆ ਜੀਵਨ ਜੀ ਕੇ ਜਾਂਦਾ, ਅਤੇ ਫਿਰ ਉਹ ਅਗਲਾ ਰਸਤਾ ਵੀ ਆਪਣਾ ਸਵਾਰ ਲੈਂਦਾ। ਕਹਿੰਦੇ ਤੇਰਾ ਜੀਵਨ ਮੁੱਕਦਾ ਜਾ ਰਿਹਾ, ਤੂੰ ਅਗਲਾ ਆਪਣਾ ਰਸਤਾ ਸਵਾਰਦਾ ਹੀ ਨਹੀਂ ਹੈ। ਜਨਮ ਸਰਾਨੋ ਪੰਥ ਨਾ ਸਵਾਰਾ। ਪੰਥ ਵੀ ਨਹੀਂ ਰਸਤਾ। ਤੂੰ ਆਪਣਾ ਰਸਤਾ ਕਿਉਂ ਨਹੀਂ ਸਵਾਰਦਾ? ਆ ਗੁਰੂ ਸਾਨੂੰ ਰਸਤਾ ਦੱਸ ਰਿਹਾ।
ਰਸਤਾ ਸਮਝਾ ਰਿਹਾ, ਇੱਧਰ ਨੂੰ ਚੱਲ, ਆ ਦੇਖ, ਆ ਨਾ ਦੇਖ, ਗੁਰੂ ਦਾ ਜਸ ਸੁਣਿਆ ਕਰ, ਹੋਰ ਕੁਝ ਨਾ ਸੁਣਿਆ ਕਰ, ਇੱਧਰ ਨੂੰ ਗੁਰੂ ਵੱਲ ਨੂੰ ਜਾਇਆ ਕਰ, ਹੋਰ ਪਾਸੇ ਨੂੰ ਨਾ ਜਾਇਆ ਕਰ, ਇੱਥੇ ਰੁਕ, ਇੱਥੇ ਖੜ, ਇੱਥੇ ਨਾ ਖੜ। ਇਹ ਗੁਰੂ ਦੱਸ ਰਿਹਾ ਸਾਨੂੰ। ਇੱਦਾਂ ਕੰਨਾਂ ਦੀ ਵਰਤੋਂ ਕਰ, ਇੱਦਾਂ ਅੱਖਾਂ ਦੀ ਵਰਤੋਂ ਕਰ, ਇੱਦਾਂ ਜੀਭ ਦੀ ਵਰਤੋਂ ਕਰ, ਆਪਣੇ ਸਰੀਰ ਦੀ ਵਰਤੋਂ ਕਰਨੀ ਹੈ, ਕਿਵੇਂ ਵਰਤੋਂ ਕਰਨੀ ਹੈ। ਗੁਰੂ ਸਮਝਾ ਰਿਹਾ, ਰਸਤਾ ਦੱਸ ਰਿਹਾ। ਕਹਿੰਦੇ ਜਨਮ ਸਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦੈ ਦਿਸ ਅੰਧਿਆਰਾ। ਦੇਖ ਸਾਂਝ ਹੋਣ ਵਾਲੀ ਆ, ਤੂੰ ਤਾਂ ਰਸਤੇ ਵਿੱਚ ਫਿਰਦਾ, ਮੰਜ਼ਿਲ ਤੇ ਕਦੋਂ ਪਹੁੰਚੇਗਾ ਤੂੰ। ਸਾਂਝ ਪਰੀ, ਦਿਨ ਛਿਪਣ ਵਾਲਾ, ਸਾਂਝ ਹੋ ਗਈ, ਭਾਵ ਮੌਤ ਬਿਲਕੁਲ ਨੇੜੇ ਹੈ ਤੇਰੇ। ਆਪਣੀ ਤਿਆਰੀ ਕਰ। ਦੇਖੋ ਕਈ ਵਾਰੀ ਕੀ ਹੁੰਦਾ ਨਾ, ਜਿਵੇਂ ਦਿੱਲੀ ਨੂੰ ਜਾਣਾ ਆਪਾਂ ਨੇ, ਉਦਾਹਰਨ ਦੇਵਾਂ ਤੁਹਾਨੂੰ, ਕਈ ਵਾਰੀ ਬੰਦਾ ਗੱਡੀ 'ਚ ਬੈਠਾ ਹੁੰਦਾ, ਜੇ ਕਰਾਲੀ ਤੋਂ ਬੈਠੀ ਆਪਾਂ ਗੱਡੀ, ਬੰਦਾ ਆਰਾਮ ਨਾਲ ਰੱਖਦਾ, ਆਰਾਮ ਨਾਲ ਸੌਂ ਜਾਂਦਾ, ਪਿੱਛੇ ਬੈਗ ਰੱਖ ਕੇ, ਬੈਗ ਦਾ ਸਿਰਹਾਣਾ ਬਣਾ ਲੈਂਦਾ, ਆਰਾਮ ਨਾਲ ਸੌਂ ਜਾਂਦਾ। ਕਾਹਤੇ ਸੌਂ ਜਾਂਦਾ? ਬਹੁਤ ਦੂਰ ਆ ਦਿੱਲੀ ਹੈ ਜੀ, ਬੇਪਰਵਾਹ ਹੋ ਕੇ ਸੌਂ ਜਾਂਦਾ, ਸੌਂ ਜਾਂਦਾ ਨਾ, ਵੀ ਦੂਰ, ਵੀ ਬਹੁਤ ਦੂਰ ਆ ਦਿੱਲੀ, ਸੌਂ ਜਾਓ, ਸੌਂ ਜਾਂਦਾ, ਕੋਈ ਪਰਵਾਹ ਨਹੀਂ ਹੁੰਦੀ। ਫਿਰ ਅੰਬਾਲਾ ਟੱਪ ਜਾਂਦੀ ਗੱਡੀ, ਪਾਣੀਪਤ ਟੱਪ ਜਾਂਦੀ ਹੈ। ਜਦ ਫਿਰ ਹਿਸਾਬ ਕਿਤਾਬ ਲਾਉਂਦਾ, ਮੰਨੋ ਦਿੱਲੀ 100 ਕਿਲੋਮੀਟਰ ਹੈ, 50 ਕਿਲੋਮੀਟਰ ਗੱਡੀ ਲੰਘ ਗਈ, ਰਹਿ ਗਏ 50 ਕਿਲੋਮੀਟਰ, ਫਿਰ 40 ਰਹਿ ਗਏ, ਫਿਰ 30 ਰਹਿ ਗਏ, ਜਦੋਂ 20 ਰਹਿ ਗਏ, ਬਸ ਫਿਰ ਬੰਦਾ ਉੱਠ ਕੇ ਬੈਠ ਜਾਂਦਾ, ਕਿਉਂਕਿ ਮੰਜ਼ਿਲ ਆਉਣ ਵਾਲੀ ਹੈ। ਫਿਰ 10 ਕਿਲੋਮੀਟਰ ਰਹਿ ਗਏ, ਫਿਰ ਬੰਦਾ ਉੱਠ ਕੇ ਅੱਖਾਂ ਪਰ ਮਾਰਦਾ ਛੱਟੇ ਪਾਣੀ ਦੇ, ਕਿਉਂਕਿ ਉਤਰਨਾ। 5 ਕਿਲੋਮੀਟਰ ਰਹਿ ਗਏ, ਫਿਰ ਬੈਗ ਬੂਗ ਸਵਾਰਨ ਲੱਗ ਜਾਂਦਾ ਵੀ ਹੁਣ ਉਤਰਨਾ, ਮੰਜ਼ਿਲ ਆ ਜਾਂਦੀ ਹੈ, ਬੰਦਾ ਆਪਣਾ ਸਾਰਾ ਸਮਾਨ ਇਕੱਠਾ ਕਰਕੇ ਉਤਰ ਜਾਂਦਾ। ਇਸੇ ਤਰੀਕੇ ਨਾਲ ਆਹ ਜ਼ਿੰਦਗੀ ਸਮਝ ਲਓ। ਜਦੋਂ 60 ਸਾਲ ਦੀ ਉਮਰ ਹੋ ਗਈ, ਮੰਨ ਲਓ 100 ਸਾਲ ਦੀ ਉਮਰ ਸਾਡੀ, 60 ਸਾਲ ਦੀ ਉਮਰ ਹੋ ਗਈ, 60 ਕਾ ਬੁਢਾਪਾ, ਫਿਰ 70, ਫਿਰ 30 ਸਾਲ ਰਹਿ ਗਏ, 20 ਸਾਲ ਰਹਿ ਗਏ। ਪਰ ਕਈ ਬੰਦੇ ਤਾਂ ਐਸੇ ਜਮਾਂ ਹੀ ਬਿਲਕੁਲ ਮੰਜ਼ਿਲ ਦੇ ਨੇੜੇ ਪਹੁੰਚ ਕੇ ਵੀ ਆਪਣਾ ਸਮਾਨ ਇਕੱਠਾ ਨਹੀਂ ਕਰਦੇ। ਇਹੀ ਕੁਝ ਸਮਝਾਉਂਦੇ ਮਹਾਰਾਜ। ਕਹਿੰਦੇ ਜੇ ਸਾਰੀ ਜ਼ਿੰਦਗੀ ਨਿਕਲ ਗਈ, ਬਚਪਨ ਵਿੱਚ ਵੀ ਤੂੰ ਸੁੱਤਾ ਪਿਆ ਰਿਹਾ, ਜਵਾਨੀ ਵਿੱਚ ਵੀ ਸੁੱਤਾ ਪਿਆ ਰਿਹਾ, 60 ਸਾਲ ਦੀ ਉਮਰ ਹੋ ਗਈ, 70 ਸਾਲ ਦੀ ਉਮਰ ਹੋ ਗਈ, 80 ਸਾਲ ਦੀ ਉਮਰ ਹੋ ਗਈ, ਤਾਂ ਵੀ ਸੁੱਤਾ ਪਿਆ, ਹੁਣ ਤਾਂ ਜਾਗ, ਹੁਣ ਤਾਂ ਹੋਸ਼ ਕਰ, ਹੁਣ ਤਾਂ ਦਿਨ ਛਿਪਣ ਵਾਲਾ, ਹੁਣ ਤਾਂ ਸਟੇਸ਼ਨ ਆਉਣ ਵਾਲਾ। ਕਹਿੰਦੇ ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦੈ ਦਿਸ ਅੰਧਿਆਰਾ। ਦੇਖ ਹਨੇਰਾ ਹੋਣ ਵਾਲਾ, ਮੰਜ਼ਿਲ ਆਉਣ ਵਾਲੀ ਹੈ, ਸਟੇਸ਼ਨ ਆਉਣ ਵਾਲਾ, ਆਪਣਾ ਸਮਾਨ ਸਾਂਭ ਲਾ, ਕਿਤੇ ਗੱਡੀ 'ਚ ਨਾ ਰਹਿ ਜਾਏ, ਛੇਤੀ ਛੇਤੀ। ਸਾਂਝ ਪਰੀ ਦੈ ਦਿਸ ਅੰਧਿਆਰਾ, ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤ ਸੁਨਾਹੀ ਦੁਨੀਆ ਫਨ ਖਾਨੇ। ਰਵਿਦਾਸ ਜੀ ਕਹਿੰਦੇ ਹਨ, ਨਿਦਾਨ ਦਾ ਅਰਥ ਹੁੰਦਾ ਓੜਕ, ਅਖੀਰ। ਦੀਵਾਨੇ ਦਾ ਅਰਥ ਹੁੰਦਾ ਝੱਲੇ, ਹੇ ਝੱਲੇ ਮਨੁੱਖ। ਇਹ ਦੁਨੀਆ ਨਾਸਵੰਤ ਹੈ, ਨਾਸਵਾਨ ਹੈ ਦੁਨੀਆ, ਫਨਖਾਨੇ, ਫਨਾਹ ਹੋਣ ਵਾਲੀ। ਤੂੰ ਉਸ ਪ੍ਰਭੂ ਨੂੰ ਕਿਉਂ ਨਹੀਂ ਸਿਮਰਦਾ? ਚੇਤ ਸੁਨਾਹੀ ਦੁਨੀਆ ਫਨ ਖਾਨੇ। ਤੂੰ ਉਸ ਪ੍ਰਭੂ ਨੂੰ ਕਿਉਂ ਨਹੀਂ ਸਿਮਰਦਾ? ਰਵਿਦਾਸ ਜੀ ਕਹਿੰਦੇ ਹਨ, ਅਖੀਰ ਨੂੰ ਇਹ ਦੁਨੀਆ ਫਨਾਹ ਹੋ ਜਾਏਗੀ,
ਇਹ ਦੁਨੀਆ ਦੇ ਸਾਰੇ ਸੁੱਖ, ਇਹ ਸਰੀਰਕ ਜੀਵਨ, ਇਹ ਸੰਸਾਰ ਸਾਰਾ ਨਾਸਵਾਨ ਹੈ। ਇਹਦੇ ਨਾਲ ਨਾ ਜੁੜ, ਸੰਸਾਰ ਵਿੱਚ ਰਹਿੰਦਾ ਹੋਇਆ ਉਸ ਪ੍ਰਭੂ ਨਾਲ ਜੁੜ, ਆਪਣੀ ਆਤਮਾ ਨੂੰ ਪ੍ਰਮਾਤਮਾ ਵਿੱਚ ਲੀਨ ਕਰ ਦੇ। ਸੋ ਇਹ ਉਪਦੇਸ਼ ਭਗਤ ਰਵਿਦਾਸ ਜੀ ਅੱਜ ਦੇ ਸ਼ਬਦ ਵੀ ਸਾਨੂੰ ਸਮਝਾਉਂਦੇ ਹਨ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ।